ਬਾਣੀ ਗੁਰੂ ਗੁਰੂ ਹੈ ਬਾਣੀ 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 ਸਾਹਿਬ 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 ਚਿਤ ਆਵੇ ਸਾਹਿਬ ਤੇਰਿਆਂ ਭਗਤਾਂ ਡਿਠਿਆ ਤੇਰਿਆਂ ਭਗਤਾਂ ਡਿਠਿਆ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ 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 ਆਵੇ ਸਾਹਿਬ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਸਾਹਿਬ ਚਿਤ ਚਿਤ ਸਾਹਿਬ ਚਿਤ ਚਿਤ ਸਾਹਿਬ ਚਿਤ ਸਾਹਿਬ ਚਿਤ ਸਾਹਿਬ ਚਿਤ ਸਾਹਿਬ ਚਿਤ ਆਵੇ ਵਿਚਾਰ ਚੱਲ ਰਹੀ ਸੀ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਰਾਜ ਮਾਲ ਰੂਪ
ਜਾਤ, ਜੋਬਨ। ਗੁਰੂ ਜੀ ਕਹਿੰਦੇ ਨੇ ਇਹ ਸਾਰੇ ਹੀ ਠੱਗ ਹਨ, ਕਿਉਂਕਿ ਇਹ ਇਨਸਾਨ ਦੀ ਜ਼ਿੰਦਗੀ ਨੂੰ ਠੱਗ ਲੈਂਦੇ ਹਨ। ਰੂਪ ਠੱਗ ਲੈਂਦਾ ਹੈ, ਜੋਬਨ ਠੱਗ ਲੈਂਦਾ ਹੈ, ਕਿਉਂਕਿ ਹੋਰ ਫਿਰ ਅਕਲ ਦੇ ਵਿੱਚ ਆਉਂਦਾ ਕੁਛ ਨਹੀਂ। ਰੂਪ ਵੀ ਮਿਲ ਜਾਏ, ਜੋਬਨ ਵੀ ਮਿਲ ਜਾਏ, ਫਿਰ ਪਰਮੇਸ਼ਵਰ ਦੇ ਨਾਮ ਦਾ ਚਿੱਤੇ ਆਉਣ ਦਾ ਤਾਂ ਕੋਈ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ। ਔਰ ਉੱਚੀ ਜਾਤ ਵੀ ਹੋਵੇ, ਫਿਰ ਹੱਥ ਵਿੱਚ ਸੱਤਾ ਵੀ ਹੋਵੇ, ਪੋਲੀਟੀਕਲ ਪਾਵਰ ਵੀ ਹੋਵੇ, ਰਾਜਸੀ ਪਾਵਰ ਵੀ ਹੋਵੇ, ਚੰਗਾ ਧਨ ਦੌਲਤ ਮਾਲ ਵੀ ਹੋਵੇ। ਇਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਨਸਾਨ ਤਰਸਦਾ ਹੈ ਕਿ ਉਸ ਨੂੰ ਮਿਲ ਜਾਣ, ਲੇਕਿਨ ਕਹਿੰਦੇ ਇਹਨੂੰ ਨਰਕਾਂ ਦੇ ਵਿੱਚ ਪਹੁੰਚਾ ਦਿੰਦਾ। ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ। ਦੇਖ ਲਓ ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਹੈ, ਗੌਰ ਨਾਲ ਧਿਆਨ ਨਾਲ ਦੇਖੋ। ਹਰ ਸ਼ਖਸ ਦੁਨੀਆ ਦੇ ਉੱਤੇ ਜਿਸ ਜਿਸ ਦੇ ਪਾਸ ਇਹਨਾਂ ਦੇ ਵਿੱਚੋਂ ਇੱਕ ਵੀ ਹੈ, ਜੇ ਕਿਸ ਦੇ ਕੋਲ ਰੂਪ ਹੈ ਤਾਂ ਰੂਪ ਉਹਨੂੰ ਸਾਹ ਨਹੀਂ ਲੈਣ ਦਿੰਦਾ। ਯਾਨੀ ਹੁਸਨ ਹੈ, ਰੂਪ ਹੈ, ਖੂਬਸੂਰਤੀ ਹੈ, ਬਸ ਉਹੀ ਉਸ ਨੂੰ ਲੈ ਡੁੱਬਦਾ। ਉਹ ਵਿਸ਼ੇ ਵਿਕਾਰਾਂ ਦਾ ਘਰ ਬਣ ਜਾਂਦਾ। ਇਸੇ ਤਰ੍ਹਾਂ ਜਵਾਨੀ ਹੈ, ਜੋਬਨ ਹੈ, ਜਿਸ ਦੇ ਉੱਤੇ ਜੋਬਨ ਦੇ ਦਿਨ ਆਏ ਹੋਏ ਹਨ, ਉਸ ਦਾ ਪੈਰ ਜ਼ਮੀਨ ਤੇ ਨਹੀਂ ਲੱਗਦਾ। ਰਾਜ, ਜਿਸ ਦੇ ਪਾਸ ਕੋਈ ਪੋਲੀਟੀਕਲ ਪਾਵਰ ਹੈ, ਉਸ ਨੂੰ ਕੋਈ ਮਿਨਿਸਟਰ ਜਾਣਦਾ ਹੈ ਜਾਂ ਖੁਦ ਮਿਨਿਸਟਰ ਹੈ, ਐਸਾ ਕੁਛ, ਤਾਂ ਉਸ ਦੀ ਜਿਹੜੀ ਹੈ ਫਿਰ ਅਕਲ ਸਿੱਧੀ ਨਹੀਂ ਚੱਲਦੀ। ਇਹਨਾਂ ਪੰਜਾਂ ਦੇ ਵਿੱਚੋਂ ਇੱਕ ਵੀ ਦੇਖ ਲਓ ਅਗਰ ਕਿਸੇ ਕੋਲ ਹੈ ਤੇ ਉਹ ਅਵਸ਼ ਉਸ ਦੇ ਵਿੱਚ ਉਲਝਿਆ ਹੋਇਆ ਨਜ਼ਰ ਆਏਗਾ। ਜੋ ਉਸ ਦੇ ਵਿੱਚ ਉਲਝ ਗਿਆ, ਬਸ ਉਸ ਦੀ ਜ਼ਿੰਦਗੀ ਉੱਥੇ ਹੀ ਖਲੋ ਗਈ, ਉੱਥੇ ਰੁਕ ਗਈ, ਉੱਥੇ ਅਟਕ ਗਈ। ਔਰ ਜੋ ਜ਼ਿੰਦਗੀ ਅਟਕ ਜਾਏ, ਆਹਿਸਤਾ 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 ਉਹ ਬੱਦੀ ਹੋ ਜਾਂਦੀ, ਉਹ ਬੇਕਾਰ ਹੋ ਜਾਂਦੀ, ਉਹ ਵਿਅਰਥ ਹੋ ਜਾਂਦੀ ਹੈ। ਬੰਧਨ ਖੋਲਣ ਸੰਤ, ਇਹ ਜੋ ਸੁਭਾਵਾਂ ਦੇ ਬੰਧਨ ਹਨ। ਬੰਧਨ ਕਿਹੜੇ ਹਨ? ਕਿਹੜੇ ਬੰਧਨ ਹਨ? ਸਾਡੇ ਸੁਭਾਵ ਹਨ। ਇੱਕ ਸੁਭਾਅ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਦ੍ਰਿੜਤਾ ਦੇ ਨਾਲ ਨਾ ਨਿਭਾ ਸਕਣਾ। ਇਹ ਇਨਸਾਨ ਦੇ ਦੁਸ਼ਮਣਾਂ ਦੇ ਵਿੱਚੋਂ ਸਭ ਤੋਂ ਵੱਡਾ ਦੁਸ਼ਮਣ ਹੈ, ਜਿਸ ਨੂੰ ਸੰਕਲਪ ਸ਼ਕਤੀ ਆਖਦੇ ਹਨ। ਕੋਈ ਸੰਕਲਪ ਕਰਨਾ ਅੱਜ ਰਾਤ ਕੀਤਾ ਹੈ, ਸਵੇਰੇ ਬਦਲ ਜਾਏਗਾ। ਸੰਗੀਤ ਦੀ ਦੁਨੀਆ ਦੇ ਵਿੱਚ ਬਹੁਤ ਲੋਕ ਦੇਖੇ ਗਏ ਹਨ। ਸੰਗੀਤਕਾਰਾਂ ਨੂੰ, ਵਿਦਵਾਨਾਂ ਨੂੰ, ਉਹਨਾਂ ਦੇ ਮਧੁਰ ਸੰਗੀਤ ਨੂੰ ਸੁਣ ਕੇ ਬੜਿਆਂ ਦੇ ਦਿਲਾਂ ਦੇ ਵਿੱਚ ਚਾਅ ਪੈਦਾ ਹੁੰਦਾ ਕਿ ਕੋਈ ਗਾਇਨ ਸਿੱਖਣਾ ਚਾਹੁੰਦਾ ਹੈ, ਕੋਈ ਤਬਲਾ ਸਿੱਖਣਾ ਚਾਹੁੰਦਾ ਹੈ, ਕੋਈ ਕੀਬੋਰਡ ਸਿੱਖਣਾ ਚਾਹੁੰਦਾ ਹੈ, ਕੋਈ ਸਿਤਾਰ ਸਿੱਖਣੀ ਚਾਹੁੰਦਾ ਹੈ, ਕੋਈ ਡਾਂਸ ਸਿੱਖਣਾ ਚਾਹੁੰਦਾ। ਬੜਿਆਂ ਦੇ, ਕਿਉਂਕਿ ਜਿਨ੍ਹਾਂ ਨੇ ਸਾਧਨਾ ਕੀਤੀਆਂ, ਤਪੱਸਿਆਵਾਂ ਕੀਤੀਆਂ, ਉਹਨਾਂ ਦਾ ਜਿਹੜਾ ਫਿਰ ਗਲੈਮਰ ਹੈ, ਜਿਹੜੀ ਉਹਨਾਂ ਦੀ ਸ਼ੋਹਰਤ ਹੈ, ਉਹ ਨਜ਼ਰ ਆਉਂਦੀ ਹੈ, ਉਹਨਾਂ ਦੀ ਇੱਜ਼ਤ ਨਜ਼ਰ ਆਉਂਦੀ ਹੈ। ਤਾਂ ਬੜਿਆਂ ਦੇ ਮਨ ਦੇ ਵਿੱਚ ਇਹ ਲਾਲਸਾ ਪੈਦਾ ਹੁੰਦੀ। ਇਹ ਨਹੀਂ ਕਿ ਉਹ ਸਿੱਖ ਨਹੀਂ ਸਕਦੇ ਜਾਂ ਉਹਨਾਂ ਦੇ ਅੰਦਰ ਇਹ ਯੋਗਤਾ ਨਹੀਂ ਹੈ। ਯੋਗਤਾ ਵੀ ਹੁੰਦੀ ਹੈ, ਉਸ ਚੀਜ਼ ਦੀ ਸੈਂਸ ਵੀ ਹੁੰਦੀ ਹੈ ਜੋ ਜੀਵ ਦੇ ਅੰਦਰ ਇਨਸਟਿੰਕਟਸ ਦੇ ਵਿੱਚ ਆਈ ਹੋਈ ਹੁੰਦੀ ਹੈ। ਸੈਂਸ ਵੀ ਹੁੰਦੀ ਹੈ, ਯੋਗਤਾ ਵੀ ਹੁੰਦੀ ਹੈ, ਲੇਕਿਨ ਇੱਕ ਮਹਾਨ ਅਵਗੁਣ ਹੁੰਦਾ ਹੈ
ਉਹ ਕਿਹੜਾ ਸੰਕਲਪ ਬਹੁਤ ਨਿਰਬਲ ਹੁੰਦਾ ਹੈ। ਸੰਕਲਪ ਬਹੁਤ ਨਿਰਬਲ ਹੁੰਦਾ ਹੈ, ਸੰਕਲਪ ਦੀ ਸ਼ਕਤੀ ਨਹੀਂ ਹੁੰਦੀ ਔਰ ਉਸ ਦੇ ਅੰਦਰ ਦ੍ਰਿੜਤਾ ਨਹੀਂ ਹੁੰਦੀ। और जिस इंसान के अंदर दृढ़ता नहीं है, भक्ति रूहानियत तो बहुत दूर की गल, वो तो कुछ भी अचीव नहीं कर सकता। तो ये इंसान की जिंदगी की डिवेलपमेंट दे विच एक बंधन है, एक बैरियर है। इस तरह के होर बहुत सारे हैं। बंधन खोलन संत दूत सब जाहे छप। इसकी विचार आगे चल के फिर ले लांगे। बंधन कोई भी गल अपने ढिड दे विच पहुंचा ना सकती। कोई भी गल जे किसी ने किसी का राज दस दिता, अगला आखेगा कि भी ये अगाह ना दस। वो जितनी देर तक अगाह किसी को दस नहीं देगा, उतनी देर तक वो उसके अंदर पचना नहीं, उसमें पचना नहीं। बहुत लोग धर्म की दुनिया देखे जाते हैं, थोड़ा जा पाठ भजन करेंगे, फिर उन्होंने शांति नहीं आएगी जितनी देर तक वो चाहेंगे कि होर उन्होंने पता लगे अज मैं इतने बजे उठिया, अमृत वेले उठिया, सुबह उठिया, ये पाठ किया, गुरुद्वारे गया। दूसरे को सब उन्होंने पता लगना चाहिए। जे नहीं पता लगेगा तो उतनी देर तक साह नहीं लैणगे जितनी देर तक किसी ना किसी ढंग के नाल दूसरे को दस ना दे, जिहड़े अंदर कुछ नहीं रखते। सतपुरुष महापुरुष तो ये आखते हैं कि थोड़ी बहुत तकलीफ जो आती भी है तो उसनों जरन की कोशिश करो, जरन की जिहड़ी शक्ति वो बढ़ाओ। सो ये कई किस्म दियां आदतां हन या सुभाव हन। बंधन खोलन इन्हां तमाम सुभावां तो जिन्हां दे असीं बंधन दे विच हां, अगर कोई शक्ति है जो इन्हां तो सानूं मुक्त करा सकती है, वो वाहिगुरू दे प्यारे संत ही हन। इत्थे ये आखिया बंधन खोलन संत दूत सब जाहे छप। दूतां दी गल असीं हुण कीती ही सीगी। दूत की हैं? साढ़े तकरीबन सारे ही स्वाद दूत हैं। फैशन भी तो दूत ही है। जदों फैशन का दूत आता है सबना चिमड़ जाता है, सबना चिमड़ जाता, लाना मुश्किल हो जाता। दूत आज की सोसाइटी दे विच इंप्लॉयज़ लई इंप्लॉयर्स दूत हैं और इंप्लॉयर्स दे लई इंप्लॉयज़ दूत हैं। इंप्लॉयर इंप्लॉयज़ नूं काम इन्ना ज़्यादा दे दिंदे हैं कि उन्होंने फिर काम प्यारा लगनों हट जाता है। उन्होंने लई वो कंबरसम अते स्ट्रेस वो कॉज कर लग जाता है। दिता कि इन्होंने इंप्लॉयर्स कि उन्होंने पता नहीं कि इसकी कैपेसिटी कितनी है, इतने टाइम कितना ये कर सकता है, लेकिन उस तो कितने गुना ज़्यादा एक्सपैक्ट किया जाता है। तो दूत होए या नहीं होए, दूत होए ना। फिर इंप्लॉयर जो है ਉਹਦੇ ਲਈ इंप्लॉयज़ दूत बन जाते हैं, क्योंकि इंप्लॉयज़ बहाना ਲੱਭਣਗੇ, ਕੰਮ ਤੇ ਨਹੀਂ ਆਣਗੇ। ਅੱਜ ਮੇਰੀ ਨਾਨੀ ਦੀ ਡੈਥ ਹੋ ਗਈ, ਨਾਨੀ ਭਾਵੇਂ ਚੰਗੀ ਭਲੀ ਜੀ ਦੀ ਹੋ, ਅੱਜ ਨਾਨੀ ਦੀ ਭੈਣ ਦੀ ਡੈਥ ਹੋ ਗਈ।
ਅੱਜ ਗ੍ਰੈਂਡਫਾਦਰ ਦੇ ਬ੍ਰਦਰ ਦੀ ਡੈਥ ਹੋ ਗਈ, ऐसे मौके पे अगला की कह सकता है? कुछ नहीं ना कर सकता। और फिर तकरीबन 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 इस तरह सारे टब्बर में एक दफा मार देंगे, फिर लिस्ट जी है वो बड़ी शॉर्ट हो जाती है। सो इंप्लॉयर्स के लिए इंप्लॉयज दूत हो गए, इंप्लॉयज के लिए इंप्लॉयर्स दूत हो गए। हॉस्पिटल्स दे विच जाओ, एक प्रॉब्लम लैके आओ और 10 टेस्ट जो हैं वो नाल होर प्रिस्क्राइब कर देंगे, ये भी कराओ, जिन्हां दी जरूरत ही नहीं होंदी, जिन्हां दी जरूरत ही नहीं होंदी। फिर कराने पैंदे हैं। तो डॉक्टर दूत बन गया जां नहीं, जिसने इलाज करना सी, भला करना सी, क्योंकि वो उतने सारे टेस्ट करवाएगा, ਉਹਦੇ ਵਿੱਚ ਉਸ ਦਾ ਉਹਨੂੰ ਕੱਟ ਮਿਲੇਗਾ। ਫਿਰ ਉਹ ਕਹੇਗਾ ਕਿ ਨਹੀਂ ਇਹ ਐਂਟੀਬਾਇਓਟਿਕ ਨਹੀਂ, ਇਹ ਐਂਟੀਬਾਇਓਟਿਕਸ ਲਓ। ਪਿੱਛੇ ਜੇ ਦਾਸ ਨੂੰ ਜਾਣਾ ਪੈ ਗਿਆ ਇੱਕ ਹਸਪੀਟਲ ਦੇ ਵਿੱਚ, ਡਾਕਟਰ ਆਖਣ ਲੱਗੇ ਇਹ ਐਂਟੀਬਾਇਓਟਿਕ ਜਿਸ ਦਾ ਤੁਸੀਂ ਨਾਮ ਲੈਂਦੇ ਹੋ, ਇੰਡੀਆ ਦੇ ਵਿੱਚ ਇਹ ਐਂਟੀਬਾਇਓਟਿਕ ਜਿਹੜਾ ਹੈ ਇਫੈਕਟਿਵ ਹੀ ਨਹੀਂ ਰਹਿ ਗਿਆ। ये किस तरह हो सकता है कि सारे इंडिया दे विच ये एंटीबायोटिक इफेक्टिव नहीं रहेगी? तो कहने का भाव, क्योंकि वो जिहड़ा एंटीबायोटिक प्रिस्क्राइब कर रहा है उस दे विचों उसका उसको कट मिलना है, उसको उसका डिस्काउंट मिलना है। तो डॉक्टर दूत बन गया या नहीं बन रहा? कई सारे टेस्ट एक्स्ट्रा करवा देते, कई सारिया दवाइयां अननैसेसरी इनफैक्ट जी मोस्ट इफेक्टिव हैं उन्होंने जगह होर देती हैं जितों उसको उसका डिस्काउंट मिलना है। दूत बन गया या नहीं बन? तो सारी सोसाइटी नजर मार के देखते हैं तो दूत ही दूत नजर आते हैं। सारा संसार दूत ही बनता जा रहा है। शायद गुरु नानक देव जी महाराज जी जो जाते इस तरह आख्या जा सकता है कि उन्होंने 500 साल पहला प्रोफेसी की थी, या इस तरह आख्या जा सकता है कि जो उस वेले की हालत सी वो ये सी। अगर उस वेले की हालत वो सी तो 550 साल गुजर चुके हैं तो वो कितनी ज्यादा वर्स्ट हो गई होगी उसका असी खुद अंदाजा लगा के देखिए। गुरु नानक देव जी महाराज के बचन हैं, कहते हैं कली अंदर नानका, कली मैंने कलयुग। कलयुग किसनों आखते हैं? जिथे मना दे विच कड़ा कलेश, मन शांत ना होना। कलयुग जिथे कड़ा कलेश, लालच, तमा, गुस्सा, क्रोध, निम्रता ना रह जाए, उसनों कलयुग आखते हैं। कड़ा क्लेश का युग है जिथे, और जिथे सिर्फ पैसा ही पैसा रह गया तो कड़ा क्लेश ने आना ही आना। गुरु बाबा जी ने स्पष्ट लिखा है बाणी दे विच, पापां वाजों होवे नाही, मोया साथ ना जाए। ये जितनियां भी जायंट इंडस्ट्रीज हैं, कंपनीज हैं, गुरु जी के कथन अनुसार वो कहते हैं पापां तो बिना हम किसी इंप्लॉय को देना कुछ बनता है, दो उसनों कुछ तो पाप हो गया जना हो गया। कंपनी प्रॉफिट के जा रही होती है लेकिन इंप्लॉयज के जोड़े हैं वो बेनीफिट्स वो कट किए जा रहे होंगे। और पाप किसनों आखते? तो सारा संसार गुरु नानक देव जी महाराज के एक पवित्र श्लोक की विचार अर्ज कर लगा सी। कली अंदर नानका जिन्ना दा अवतार, कली कलयुग, कलयुग दे विच
ਜਿਨ੍ਹਾਂ ਦਾ ਅਵਤਾਰ, ਕਹਿੰਦੇ ਜਿਨ੍ਹਾਂ ਦਾ ਅਵਤਾਰ ਹੋਏਗਾ। ਹੁਣ ਇਹਦਾ ਮਤਲਬ ਕੀ ਹੈ? ਜਿੰਨ ਕਹਿੰਦੇ ਹਨ ਭੂਤ ਨੂੰ, ਭੂਤ ਪ੍ਰੇਤ ਜੋ ਹੁੰਦੇ ਹਨ। ਅਵਤਾਰ ਦਾ ਮਤਲਬ ਹੁੰਦਾ ਹੈ ਜਨਮ ਲੈਣਾ। ਭਾਵ ਕਿ ਕਲਯੁਗ ਦੇ ਵਿੱਚ ਜਿਸ ਕਿਸਮ ਦੀਆਂ ਆਤਮਾਵਾਂ ਘਰਾਂ 'ਚ ਜਨਮ ਲੈਣਗੀਆਂ ਬਹੁਤਾਤ ਦੇ ਵਿੱਚ, ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਭੂਤ ਪ੍ਰੇਤਾਂ ਵਰਗੀ ਹੀ ਹੋਏਗੀ, ਭੂਤ ਪ੍ਰੇਤਾਂ ਵਰਗੀ ਹੋਏਗੀ। ਸੋ ਆਲੇ ਦੁਆਲੇ ਦੇਖਣ ਨੂੰ ਮਿਲਦਾ ਹੀ ਹੈ। ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਨਸਾਨਾਂ ਦੇ ਕੱਪੜੇ ਹਨ ਜਾਂ ਭੂਤਾਂ ਵਰਗੇ ਕੱਪੜੇ ਹਨ। ਵਾਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਨਾਂ 'ਚ ਕੋਈ ਡੀਸੈਂਸੀ ਨਜ਼ਰ ਆ ਰਹੀ ਹੈ ਜਾਂ ਇਹ ਕੋਈ ਭੂਤ ਪ੍ਰੇਤ ਤੁਰਿਆ ਫਿਰਦਾ। ਇੱਥੇ ਤਾਂ ਖਾਲੇ ਹੱਥ ਜ਼ਿਆਦਾ ਇਤਨੇ ਦਿਸੇ ਨਹੀਂ ਹਨ। ਤੇ ਯੂਰਪ 'ਚ ਜਾਓ, ਵੈਸਟਰਨ ਕੰਟਰੀਜ਼ ਦੇ ਵਿੱਚ ਜਾਓ ਤੇ ਦੇਖਣ ਵਾਲੇ ਹੁੰਦੇ ਹਨ। ਸਿਰ ਦੇ ਉੱਤੇ ਅਗਰ ਸਿਰ ਨੂੰ 4 ਹਿੱਸਿਆਂ 'ਚ ਵੰਡ ਲਿਆ ਜਾਏ, ਇੱਕ ਹਿੱਸੇ ਦੇ ਲਾਲ ਹੋਣਗੇ, ਇੱਕ ਹਿੱਸੇ ਦੇ ਪੀਲੇ ਹੋਣਗੇ, ਇੱਕ ਹਿੱਸੇ ਦੇ ਹਰੇ ਹੋਣਗੇ, ਇੱਕ ਹਿੱਸੇ ਦੇ ਜੋ ਹੈ ਉਹ ਕੋਈ ਬਰਗੰਡੀ ਕਲਰ ਹੋਏਗਾ ਜਾਂ ਕੋਈ ਹੋਰ ਕਲਰ ਹੋਏਗਾ। ਸੋ ਉਹ ਦੇਖ ਕੇ ਇਨਸਾਨ ਸੋਚੇਗਾ ਨਹੀਂ ਕਿ ਇਨਸਾਨ ਹੈ ਜਾਂ ਕੀ ਹੈ। ਉਹ ਬਿਲਕੁਲ ਸਿੱਧੇ ਉੱਤੇ ਨੂੰ ਪੁਆਇੰਟਡ ਹੋਣਗੇ। ਪੈਂਟ ਅੱਜ ਕੱਲ ਟਰਾਊਜ਼ਰ ਜਿਹੜੀ ਪਹਿਨਦੇ ਹਨ, ਅੱਜ ਕੱਲ ਤਾਂ ਸ਼ਾਇਦ ਜੀਨ ਜਿਹੜੀ ਹੈ ਉਸ ਨੂੰ ਜ਼ਿਆਦਾ ਰਿਸਪੈਕਟਫੁਲ ਮੰਨਿਆ ਜਾਂਦਾ ਹੈ, ਜਿਹੜੀ ਲੱਕ ਨਾਲੋਂ ਕਾਫੀ ਸਾਰੀ ਥੱਲੇ ਲੰਮਕਦੀ ਹੋਵੇ। तो गुरु नानक देव जी के बचन सच हो रहे। कली अंदर नानका जिन्ना दा अवतार, कहते कलयुग दे अंदर जेड़े जन्म लैणगे, अवतार का मतलब जन्म लैणगे, जेड़े जन्म लैणगे वो कौन होणगे? कहते जिन होणगे, भूत होणगे। और ये समा आया ही पिया। अगां तो अगां 2-4 जनरेशनस की गल है तो सारी सोसाइटी दे विच यही नज़र आउणगे। कली अंदर नानका जिन्ना दा अवतार, पुत जनूरा, पुत्र होएगा जनूरा यानी भूत, धी जनूरी, धी जिहड़ी होएगी वो होएगी भूतनी, जोरू जिन्हां दा सिकदार अते काम वासना दा मारिया होया मर्द जिहड़ा है वो सिर्फ काम वासना दे अधीन होने के कारण वो औरत दा जिवें कठपुतली हुंदी है, कठपुतली आपस में प्यार दे नाल हर गल विचारनी, डिस्कस करनी, एक दूसरे की ओपीनियन लैनी, वो बहुत हेल्थी है, वो बड़ी जरूरी है, वो होनी चाहिए। लेकिन अगर घर का ये असूल होवे कि सारे डिसीजनस ही जिहड़े हन वो सिर्फ घर की औरत ने बनाने हैं, उत्थे हो गया जोरू जिन्हां दा सिकदार, जोरू जिन्हां दा हेड है, सरदार है। ये गुरु नानक साहब महाराज जी के बचन हन। कली अंदर नानका जिन्हां दा अवतार, पुत जनूरा, धी जनूरी, जोरू जिन्हां दा सिकदार। कदे कलयुग दे विच भूत जमणगे, पुत्र होणगे भूत ने, धीआं होणगियां भूतनियां, और सरदार इन्हां दा होएगी औरत। सब फैसले वो करे।
ਔਰ ਮਰਦ ਦੇ ਅੰਦਰ ਕੋਈ ਹਿੰਮਤ ਨਹੀਂ ਹੋਏਗੀ ਉਸ ਦੇ ਫੈਸਲੇ ਨੂੰ ਤਬਦੀਲ ਕਰ ਸਕੇ ਜਾਂ ਰੱਦ ਕਰ ਸਕੇ ਜਾਂ ਉਲਟ ਸਕੇ। ਉਸ ਨੂੰ ਤੇ ਹੱਥ ਜੋੜ ਕੇ ਮਗਰ ਮਗਰ ਜੀ 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 ਕਰਕੇ ਚੱਲਣਾ। ਗੁਰੂ ਜੀ ਕਹਿੰਦੇ ਹਨ, ਬੰਧਨ ਖੋਲਨ ਸੰਤ ਦੂਤ ਸਭ ਜਾਏ ਛਪ ਦੂਤ ਸਭ ਜਾਏ ਛਪ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਤੇਰਿਆਂ ਭਗਤਾਂ ਡਿਠਿਆ ਰੇ ਸਾਹਿਬ ਚਿਤ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਬਾਣੀ